अगर बेटे आप सर्विस कॉस्टिंग की गल करिए, सर्विस कॉस्टिंग की होंगी आ, देखो सर्विस कॉस्टिंग और ऑपरेटिंग कॉस्टिंग कहता कॉस्ट अकाउंटिंग हैज़ बीन ट्रेडिशनली अप्लाइड इन मैन्युफैक्चरिंग इंडस्ट्री बट इन कॉम्पिटिटिव वर्ल्ड कॉस्ट अकाउंटिंग हैज़ बीन इंक्रीजिंगली अप्लाइड इन सर्विस इंडस्ट्री like transportation organization, hotel, educational institution, canteen. So the costing methods applied in these industries are known as service costing. बेटे देखो ਸਿੰਪਲ ਜੀ ਗੱਲ ਆ, ਹੁਣ ਤੱਕ ਆਪਾਂ ਮੈਨੂਫੈਕਚਰਿੰਗ ਆਰਗੇਨਾਈਜੇਸ਼ਨਾਂ ਦਾ ਤਾਂ ਸਾਰਾ ਰਿਕਾਰਡ ਬਣਾਉਂਦੇ ਹੀ ਸੀ, ਉਹਨਾਂ ਦੀ ਤਾਂ ਕਾਸਟ ਸ਼ੀਟ ਬਣਾਉਂਦੇ ਹੀ ਸੀ। ਹੁਣ ਇਹਦੇ 'ਚ ਜਿਹੜੀਆਂ ਸਰਵਿਸ ਸੈਕਟਰ ਦੀਆਂ ਆਰਗੇਨਾਈਜੇਸ਼ਨ ਆ, ਮਤਲਬ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ, ਜਦੋਂ ਅਸੀਂ ਉਹਨਾਂ ਦਾ ਵੀ ਰਿਕਾਰਡ ਕਰਦੇ ਹਾਂ ਜਾਂ ਉਹਨਾਂ ਦਾ ਵੀ ਰਿਕਾਰਡ ਬਣਾਉਂਦੇ ਹਾਂ ਤਾਂ ਉਹਨੂੰ ਸਰਵਿਸ ਕਾਸਟਿੰਗ ਕਿਹਾ ਜਾਂਦਾ ਵਾ ਜੀ। ਸੋ ਬੇਸਿਕਲੀ ਜਿਹੜੀਆਂ ਟਰਾਂਸਪੋਰਟ ਕੰਪਨੀ ਨੇ, ਕੋਚਿੰਗ ਸੈਂਟਰਸ ਨੇ, ਜਿਹੜੇ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਦੋਂ ਉਹਨਾਂ ਦੇ ਅਕਾਊਂਟਸ ਬਣਾਏ ਜਾਂਦੇ ਨੇ ਉਹਨੂੰ ਸਰਵਿਸ ਕਾਸਟਿੰਗ ਕਿਹਾ ਜਾਂਦਾ। ਸਰਵਿਸ ਕਾਸਟਿੰਗ ਦੇ ਫੀਚਰਸ ਕੀ ਆ? ਕੰਪਿਊਟੇਸ਼ਨ ਆਫ ਕਾਸਟ ਆਫ ਸਰਵਿਸ। ਇਹਦੇ 'ਚ ਬੇਸਿਕਲੀ ਜਿਹੜੀ ਤੁਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਉਹਦੀ ਤੁਹਾਨੂੰ ਕਿੰਨੀ ਕਾਸਟ ਪੈ ਰਹੀ ਆ ਉਹ ਕੈਲਕੂਲੇਟ ਕੀਤਾ ਜਾਂਦਾ। ਕਲਾਸੀਫਿਕੇਸ਼ਨ ਆਫ ਕਾਸਟ, ਇਹਦੇ 'ਚ ਕਾਸਟ ਨੂੰ 3 ਪਾਰਟਸ ਵੰਡਿਆ ਜਾਂਦਾ, ਫਿਕਸਡ ਕਾਸਟ, ਮੇਨਟੇਨੈਂਸ ਕਾਸਟ, ਆਪਰੇਟਿੰਗ ਚਾਰजेस। ਫਿਕਸਡ ਕਾਸਟ ਮਤਲਬ ਜਿਹੜੀ ਫਿਕਸ ਰਹਿੰਦੀ ਆ, ਮੇਨਟੇਨੈਂਸ ਮਤਲਬ ਜਿਹੜੀ ਸਰਵਿਸ ਨੂੰ ਮੇਨਟੇਨ ਕਰਨ ਵਾਸਤੇ ਜ਼ਰੂਰੀ ਹੁੰਦੀ ਹੈ, ਆਪਰੇਟਿੰਗ ਚਾਰजेस ਮਤਲਬ ਡੇ ਟੂ ਡੇ ਖਰਚੇ ਜਿਹੜੇ ਹੁੰਦੇ ਨੇ, ਠੀਕ ਹੈ, ਜਿਹੜਾ ਸਟਾਫ ਰੱਖਿਆ ਹੋਇਆ। ਉਸ ਤੋਂ ਬਾਅਦ ਹੈਗਾ ਯੂਨੀਫਾਰਮ ਸਰਵਿਸਿਜ਼ ਪ੍ਰੋਵਾਈਡਡ ਬਾਈ ਦਾ ਆਰਗੇਨਾਈਜੇਸ਼ਨ ਟੂ ਦਾ ਕਸਟਮਰ ਆਰ ਸ਼ੁੱਡ ਬੀ ਯੂਨੀਫਾਰਮਡ ਇਨ ਨੇਚਰ, ਮਤਲਬ ਇਹ ਸੇਮ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਡਿਫਰੈਂਟ ਨਹੀਂ ਹੋਣੀਆਂ ਚਾਹੀਦੀਆਂ, ਠੀਕ ਹੈ ਨਾ, ਤਾਂ ਕਿ ਫਿਰ ਇਹਨਾਂ ਦਾ ਸਟੈਂਡਰਡ ਵੀ ਸੈੱਟ ਹੋ ਚੁੱਕੇ। ਡਿਟਰਮੀਨੇਸ਼ਨ ਆਫ ਦਾ ਕਾਸਟ ਯੂਨਿਟ, ਇਹਦੇ ਵਿੱਚ ਬੇਸਿਕਲੀ ਕੀ ਆ ਕਿ ਰਾਜੇ ਸਾਨੂੰ ਸਰਵਿਸਿਜ਼ ਪ੍ਰੋਵਾਈਡ ਕਰਨ ਦੀ ਕਾਸਟ ਪਰ ਯੂਨਿਟ ਕੈਲਕੂਲੇਟ ਕੀਤੀ ਜਾਂਦੀ ਹੈ। ਇਹਦੇ ਵਿੱਚ ਬੇਸਿਕਲੀ ਕਿ ਸਰਵਿਸ ਪ੍ਰੋਵਾਈਡ ਕਰਨ ਦੀ ਸਾਨੂੰ ਕਾਸਟ ਪਰ ਸਰਵਿਸ ਕਿੰਨੀ ਪੈ ਰਹੀ ਹੈ। ਜਿੱਦਾਂ ਫੋਰ ਐਗਜ਼ਾਮਪਲ ਜਿਹੜੀ ਟਰਾਂਸਪੋਰਟੇਸ਼ਨ ਆ ਉਹਦੀ ਪਰ ਕਿਲੋਮੀਟਰ ਕਾਸਟ, ਹੌਸਪੀਟਲ ਆ ਪਰ ਪੇਸ਼ੈਂਟ ਕਾਸਟ, ਕੰਟੀਨ ਆ ਪਰ ਪਰਸਨ ਕਾਸਟ, ਇਲੈਕਟ੍ਰੀਸਿਟੀ ਆ ਪਰ ਆਰ ਕਾਸਟ। ਸਮਝ ਆ ਗਈ ਨਾ ਮੇਰੀ ਗੱਲ? ਸੋ ਇਸ ਤਰ੍ਹਾਂ ਇਹਨਾਂ ਦੀ ਕਾਸਟ ਆ ਜਿਹੜੀ ਪਤਾ ਕੀਤੀ ਜਾਂਦੀ ਹੈ। ਲੈਸ ਇਨਵੈਸਟਮੈਂਟ ਇਨ ਵਰਕਿੰਗ ਕੈਪੀਟਲ, ਇਹਦੇ ਵਿੱਚ ਕੀ ਹੁੰਦਾ? ਸਰਵਿਸ ਕਾਸਟਿੰਗ ਰਿਕੁਆਇਰ ਲੈਸ ਇਨਵੈਸਟਮੈਂਟ ਇਨ ਵਰਕਿੰਗ ਕੈਪੀਟਲ ਐਜ਼ ਕੰਪੇਅਰਡ ਵਿਦ ਦਾ ਮੈਨੂਫੈਕਚਰਿੰਗ ਇੰਡਸਟਰੀ। ਇਹਦੇ 'ਚ ਕੀ ਹੈ? ਜਿਹੜੀ ਵਰਕਿੰਗ ਕੈਪੀਟਲ ਦੀ ਘੱਟ ਲੋੜ ਹੁੰਦੀ ਹੈ ਡੇ ਟੂ ਡੇ ਐਕਸਪੈਂਸਿਸ। ਹੁਣ ਮੈਂ ਮੈਨੂੰ ਕਿੰਨੀ ਕੁ ਇਨਵੈਸਟਮੈਂਟ ਦੀ ਲੋੜ ਆ? ਇੱਕ ਵਾਰੀ ਮੈਂ ਫਿਕਸ ਕੈਪੀਟਲ ਕਰ ਲਈ, ਵਰਕਿੰਗ ਕੈਪੀਟਲ ਤਾਂ ਮੈਨੂੰ ਘੱਟ ਹੀ ਚਾਹੀਦੀ, ਦਿਮਾਗ ਹੀ ਚਾਹੀਦਾ ਬਸ ਤੁਹਾਨੂੰ ਪੜ੍ਹਾਉਣ ਵਾਸਤੇ। ਵਟ ਆਰ ਦਾ ਵੇਰੀਅਸ ਸਟੈਪਸ ਇਨਵੋਲਵਡ ਇਨ ਸਰਵਿਸ ਕਾਸਟਿੰਗ? ਸਿਲੈਕਸ਼ਨ ਆਫ ਦਾ ਕਾਸਟ ਯੂਨਿਟ। ਸਭ ਤੋਂ ਪਹਿਲਾਂ ਤਾਂ ਇਹ ਡਿਸਾਈਡ ਕੀਤਾ ਜਾਂਦਾ ਕਿ ਜਿਹੜੀ ਤੁਸੀਂ ਸਰਵਿਸ ਕਾਸਟ ਕੈਲਕੂਲੇਟ ਕਰਨੀ ਆ ਉਹਦੇ ਕਾਸਟ ਯੂਨਿਟ ਕੀ ਹੋਣਗੇ, ਮਤਲਬ ਪਰ ਕਿਲੋਮੀਟਰ ਕੱਢੋਗੇ, ਪਰ ਕਿਲੋਵਾਟ ਕੱਢੋਗੇ, ਪਰ ਪਰਸਨ ਕੱਢੋਗੇ, ਉਹ ਡਿਸਾਈਡ ਕਰਨਾ ਹੁੰਦਾ। ਦੂਜਾ ਸਟੈਪ ਹੁੰਦਾ ਕੰਪਿਊਟੇਸ਼ਨ ਆਫ ਕਾਸਟ, ਫਿਰ ਤੁਸੀਂ ਕਾਸਟ ਕੰਪਿਊਟੇਟ ਕਰਨੀ ਹੁੰਦੀ ਹੈ। ਫਿਰ ਹੁੰਦਾ ਐਸਰਟੇਨਮੈਂਟ ਆਫ ਕਾਸਟ। ਐਸਰਟੇਨ ਦਾ ਮਤਲਬ ਹੁੰਦਾ ਕਾਸਟ ਨੂੰ ਤੁਸੀਂ ਸਰਟਨ ਕਰਨਾ ਹੁੰਦਾ, ਸਰਟਨ ਮਤਲਬ ਪੱਕਾ ਕਿ ਇੰਨੀ ਕਾਸਟ ਸਾਨੂੰ ਪੈ ਰਹੀ। ਹੁਣ ਐਜ਼ ਸਰਟੇਨ ਆਫ ਕਾਸਟ ਅੰਡਰ ਡਿਫਰੈਂਟ ਸਰਵਿਸ ਇੰਡਸਟਰੀਜ਼। ਹੁਣ ਇਹਨਾਂ ਨੇ ਜਿਹੜਾ ਥਰਡ ਪੁਆਇੰਟ ਆ ਉਹ ਐਕਸਪਲੇਨ ਕੀਤਾ ਹੋਇਆ, ਜਿੱਦਾਂ ਜਿਹੜੀ ਟਰਾਂਸਪੋਰਟ ਕਾਸਟਿੰਗ ਆ, ਜਿਹੜੀ ਟਰਾਂਸਪੋਰਟ ਕਾਸਟਿੰਗ ਆ ਉਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜੀ ਟਰਾਂਸਪੋਰਟ ਇੰਡਸਟਰੀ ਆ ਮੇ ਬੀ ਕੰਸਰਨ ਵਿਦ ਲੈਂਡ, ਏਅਰ, ਵਾਟਰ ਐਂਡ transportation. It also include goods transportation as well as passenger transport. So there is a need to calculate the operating cost of each vehicle and cost per unit of services rendered by the vehicle. For this purpose, the following procedure should be calculated: collection of the transport expenses, collection of the classification of the transport expenses, selection of the cost unit, calculation of the cost per unit. मैं ਤੁਹਾਨੂੰ ਸਮਝਾਉਣਾ ਰਾਜੇ। ਬੇਸਿਕਲੀ ਇਹਨਾਂ ਨਾਲ ਅਲੱਗ-ਅਲੱਗ ਕਿ ਉਹਨਾਂ ਨੇ ਦੱਸਤਾ ਕਿ ਅਲੱਗ-ਅਲੱਗ ਸਰਵਿਸ ਡਿਪਾਰਟਮੈਂਟ ਦੇ ਵਿੱਚ ਆਪਾਂ ਕਿਵੇਂ ਕਾਸਟ ਐਸਰਟੇਨ ਕਰਦੇ ਹਾਂ। ਜਿੱਦਾਂ ਹੁਣ ਟਰਾਂਸਪੋਰਟ ਕਾਸਟਿੰਗ ਆ, ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਡਿਸਾਈਡ ਕੀਤਾ ਜਾਂਦਾ ਕਿ ਸਾਡੇ ਕਿਹੜੇ ਟਰਾਂਸਪੋਰਟ ਦੇ ਖਰਚੇ ਨੇ, ਫਿਰ ਉਹਨਾਂ ਨੂੰ ਵੰਡ ਲਿਆ ਜਾਂਦਾ ਵਾ ਫਿਕਸਡ ਖਰਚਿਆਂ 'ਚ ਤੇ ਵੇਰੀਏਬਲ ਖਰਚਿਆਂ 'ਚ। ਫਿਰ ਇੱਕ ਕਾਸਟ ਯੂਨਿਟ ਡਿਸਾਈਡ ਕੀਤਾ ਜਾਂਦਾ ਕਿ ਆਪਾਂ ਪਰ ਆਰ ਕੱਢਣਾ ਵਾ ਜਾਂ ਪਰ ਕਿਲੋਮੀਟਰ ਕੱਢਣਾ ਵਾ। ਫਿਰ ਕੈਲਕੂਲੇਸ਼ਨ ਆਫ ਦਾ ਕਾਸਟ ਪਰ ਯੂਨਿਟ ਕੱਢ ਲਈ ਕਿ ਜਿੰਨੀ ਸਾਡੀ ਆਪਰੇਟਿੰਗ ਕਾਸਟ ਪਈ ਆ, ਮਤਲਬ ਸਾਨੂੰ ਟਰਾਂਸਪੋਰਟੇਸ਼ਨ ਦੀ ਆਪਰੇਟਿੰਗ ਕਾਸਟ ਕੀ ਹੋਊਗੀ, ਟਰਾਂਸਪੋਰਟੇਸ਼ਨ 'ਚ ਪੈਟਰੋਲ ਵਗੈਰਾ ਦੇ ਖਰਚੇ ਜਿਹੜੇ ਸਾਨੂੰ ਪਏ ਆ ਉਹਨੂੰ ਆਪਾਂ ਡਿਵਾਈਡ ਕਰ ਦਾਂਗੇ ਯੂਨਿਟ ਕਾਸਟ 'ਤੇ। ਸਮਝ ਆ ਗਿਆ? ਆਹ ਦੇਖੋ, ਆਹ ਇਹਦੀ ਕਾਸਟ ਸ਼ੀਟ ਹੈ ਜੀ। ਫਿਕਸਡ ਕਾਸਟ ਇਹਦੀ ਕਿਹੜੀ ਹੋਊਗੀ? ਜਿਹੜੀ ਸਾਨੂੰ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ, ਰੋਡ ਟੈਕਸ, ਮੇਨਟੇਨੈਂਸ ਕਾਸਟ ਕਿਹੜੇ ਹੋਣਗੇ? ਜਿਹੜੇ ਸਾਨੂੰ ਟਿਊਬਾਂ ਪਵਾ ਕੇ ਰੱਖਣੀਆਂ ਪੈਂਦੀਆਂ, ਪੇਂਟ ਕਰਾ ਕੇ ਕਰਨਾ ਪੈਂਦਾ, ਰਨਿੰਗ ਜਿਹੜੇ ਆਪਰੇਟਿੰਗ ਐਕਸਪੈਂਸ ਆ, ਡੀਜ਼ਲ। ਇਹ ਤਿੰਨਾਂ ਨੂੰ ਮਿਲਾ ਕੇ ਸਾਡੀ ਟੋਟਲ ਕਾਸਟ ਬਣ ਜੂਗੀ। ਕਾਸਟ ਪਰ ਕਿਲੋਮੀਟਰ ਆਪਾਂ ਕਿੱਦਾਂ ਕੱਢਾਂਗੇ? ਟੋਟਲ ਐਕਸਪੈਂਸਿਸ ਓਵਰ ਟੋਟਲ ਕਿਲੋਮੀਟਰ ਟਰੈਵਲਡ। ਸਮਝ ਆ ਗਿਆ? ਇਹ ਹੈਗਾ ਜੀ ਤਰੀਕਾ। ਇਹ ਬੇਸਿਕਲੀ ਮੈਂ ਥਰਡ ਸਟੈਪ ਐਕਸਪਲੇਨ ਕਰ ਰਿਹਾ, ਐਸਰਟੇਨਮੈਂਟ ਆਫ ਦਾ ਕਾਸਟ ਆਫ ਡਿਫਰੈਂਟ ਸਰਵਿਸ ਡਿਪਾਰਟਮੈਂਟਸ। ਸਮਝ ਗਏ? ਕਲੀਅਰ ਹੋ ਗਿਆ? ਜਿਹੜਾ ਤੀਜਾ ਪੁਆਇੰਟ ਸੀਗਾ ਆਹ ਵਾਲਾ, ਜਿਹੜਾ ਆਹ ਪੁਆਇੰਟ ਹੈ,
ਐਸਰਟੇਨਮੈਂਟ ਕਾਸਟ, ਸਿਲੈਕਸ਼ਨ ਆਫ ਕਾਸਟ ਸਟੂਡੈਂਟ ਮੈਂ ਤੁਹਾਨੂੰ ਦੱਸ ਹੀ ਦਿੱਤਾ, ਕੰਪੀਟੀਸ਼ਨ ਆਪਾਂ ਕਰਦੇ ਪਏ ਹਾਂ, ਕੰਪੀਟੀਸ਼ਨ ਮਤਲਬ ਟੋਟਲ ਕਾਸਟ ਕੱਢ ਲਈ, ਹੁਣ ਐਸਰਟੇਨ ਕਰਦੇ ਪਏ, ਠੀਕ ਹੈ। ਹੁਣ ਇਹਦੇ ਵਿੱਚ ਦੂਜੀ ਜਿਹੜੀ ਆਰਗੇਨਾਈਜੇਸ਼ਨ ਆ ਜਿਹੜੀ ਹੈਗੀ ਆ ਉਹ ਹੈਗੀ ਕੰਟੀਨ ਕਾਸਟਿੰਗ। ਮੈਨੀ ਆਰਗੇਨਾਈਜੇਸ਼ਨ ਪ੍ਰੋਵਾਈਡ ਕੰਟੀਨ ਫੈਸਿਲਿਟੀਜ਼ ਫॉर ਇਟਸ EMPLOYEES। these canteens provide snacks, cold drink ਵਗੈਰਾ ਪ੍ਰੋਵਾਈਡ ਕਰਦੇ ਨੇ। operating cost of these canteens is to be calculated and expense। ਇਹਦੇ ਵੀ ਰਾਜਾ ਆਪਾਂ ਦੇਖੋ ਫਿਕਸ ਤਾਂ ਫਿਕਸ ਹੀ ਹੁੰਦੇ ਨੇ। ਟਰਾਂਸਪੋਰਟ ਕੰਪਨੀ 'ਚ ਵੀ ਸਾਨੂੰ ਆਪਰੇਟਿੰਗ ਕਾਸਟ ਹੀ ਕੱਢਣੀ ਪੈਂਦੀ ਹੈ, ਆਪਰੇਟਿੰਗ ਐਕਸਪੈਂਸ। ਇਹਦੇ 'ਚ ਵੀ ਸਾਨੂੰ ਇਹਦੇ ਆਪਰੇਟਿੰਗ ਐਕਸਪੈਂਸ ਇਹਦੇ 'ਚ ਕਿਹੜੇ ਕਿਹੜੇ ਹੋ ਸਕਦੇ, ਜਿੱਦਾਂ ਪ੍ਰੋਵੀਜ਼ਨ ਸਾਨੂੰ ਫੂਡ ਦੇ ਮਟੀਰੀਅਲ ਦੀਆਂ ਪ੍ਰੋਵੀਜ਼ਨ ਬਣਾ ਕੇ ਰੱਖਣੇ ਪੈਂਦੇ, ਜਿੱਦਾਂ ਟੀ, ਬਿਸਕਿਟ, ਮਿਲਕ, ਉਹਦੀ ਬਾਅਦ ਪ੍ਰੋਵੀਜ਼ਨ ਰੱਖਣੀ ਪਊਗੀ। ਲੇਬਰ ਮਤਲਬ ਇਹ ਕਿਹੜੇ ਖਰਚੇ ਹੁੰਦੇ ਨੇ ਆਪਰੇਟਿੰਗ, ਸਾਨੂੰ ਜਿਹੜੇ ਅਸੀਂ ਕੁੱਕ ਰੱਖੇ ਹੋਏ, ਵੇਟਰ ਰੱਖੇ ਹੋਏ, ਉਹਨਾਂ ਦੇ ਖਰਚੇ, ਸਰਵਿਸਿਜ਼, ਗੈਸ ਦੇ ਖਰਚੇ, ਇਲੈਕਟ੍ਰੀਸਿਟੀ ਦੇ ਖਰਚੇ, ਕੰਜ਼ਿਊਮੇਬਲ ਸਟੋਰ, ਕਰੋਕਰੀ ਜਿਹੜੀ ਸਾਨੂੰ ਰੱਖਣੀ ਪੈਂਦੀ ਹੈ, ਮਿਸਲੇਨੀਅਸ ਐਕਸਪੈਂਸਿਸ, ਰੈਂਟ ਐਂਡ ਟੈਕਸਿਸ। ਇਹਦੀ ਕਾਸਟ ਸ਼ੀਟ ਰਾਜੇ ਇੱਦਾਂ ਬਣੂਗੀ। ਕਹਿੰਦਾ ਮਤਲਬ ਪਹਿਲਾਂ ਪਤਾ ਕੀ ਹੁੰਦਾ ਸੀਗਾ, ਪਹਿਲਾਂ ਮੈਨੂਫੈਕਚਰਿੰਗ ਆਰਗੇਨਾਈਜੇਸ਼ਨਾਂ ਦੀ ਤਾਂ ਕਾਸਟ ਸ਼ੀਟ ਬਣ ਜਾਂਦੀਆਂ ਹੁੰਦੀਆਂ ਸੀਗੀਆਂ। ਇਹ ਪਹਿਲੀ ਵਾਰ ਆ ਜਦੋਂ ਸਰਵਿਸ ਆਰਗੇਨਾਈਜੇਸ਼ਨਾਂ ਦੀਆਂ ਕਾਸਟ ਸ਼ੀਟਾਂ ਬਣ ਰਹੀਆਂ, ਠੀਕ ਹੈ ਨਾ, ਜਿਹੜੀਆਂ ਸਰਵਿਸ। ਹੁਣ ਜਿੱਦਾਂ ਦੇਖੋ ਇਹਦੇ 3 ਪਾਰਟ 'ਚ ਵੰਡਿਆ ਹੋਇਆ ਉਹਨਾਂ ਨੇ, 4 ਪਾਰਟਸ ਸੌਰੀ। ਸਭ ਤੋਂ ਪਹਿਲਾਂ ਪ੍ਰੋਵੀਜ਼ਨਸ, ਜਿਸ 'ਚ ਟੀ, ਬਿਸਕਿਟ, ਮਿਲਕ, ਐਗਸ ਦੇ ਖਰਚੇ ਆ ਗਏ, ਠੀਕ ਹੈ। ਉਸ ਤੋਂ ਬਾਅਦ ਲੇਬਰ, ਜਿਸ 'ਚ ਕੁਕਸ ਦੀ ਤਨਖਾਹ ਆ ਗਈ, ਵੇਟਰਸ ਦੀ ਤਨਖਾਹ ਆ ਗਈ। ਫਿਰ ਸਰਵਿਸਿਜ਼, ਜਿਸ 'ਚ ਗੈਸ, ਇਲੈਕਟ੍ਰੀਸਿਟੀ ਆ ਗਿਆ। ਫਿਰ ਕੰਜ਼ਿਊਮੇਬਲ ਸਟੋਰ, ਜਿਸ 'ਚ ਕਰੋਕਰੀ, ਵਾਸ਼ਿੰਗ ਕਲੋਥਸ ਵਗੈਰਾ ਆ ਗਏ। ਫਿਰ ਮਿਸਲੇਨੀਅਸ ਐਕਸਪੈਂਸਿਸ, ਜਿਹਦੇ ਵਿੱਚ ਰੈਂਟ ਐਂਡ ਡੈਪਰੀਸੀਏਸ਼ਨ ਆ ਗਈ। ਫਿਰ ਇਹ ਟੋਟਲ ਕਾਸਟ ਪੂਰੀ ਕਰ ਲਈ ਜਾਊਗੀ। ਫਿਰ ਕਾਸਟ ਪਰ ਮੀਲ ਕੱਢੀ ਜਾਂਦੀ ਹੈ। ਪਰ ਮੀਲ ਮਤਲਬ ਪਰ ਮੀਲ ਦਾ ਮਤਲਬ ਹੁੰਦਾ ਕਿ ਪਰ ਪਰਸਨ ਪਰ ਮੀਲ, ਠੀਕ ਹੈ ਨਾ, ਪਰ ਪਰਸਨ ਪਰ ਮੀਲ। ਇਹ ਹੈਗੇ ਜੀ ਕਾਸਟ ਸ਼ੀਟ ਆਫ ਕੰਟੀਨ। ਇਹ ਹੋਟਲ ਵਾਲੇ ਕਰਦੇ ਮੈਨੇਜ? ਹਾਂਜੀ, ਇਹ ਹੋਟਲ ਵਾਲੇ ਮੈਨੇਜ ਕਰਦੇ। ਬੇਸਿਕਲੀ ਮੈਂ ਤੁਹਾਨੂੰ ਇਹੀ ਦੱਸਦੇ ਹਾਂ ਕਿ ਇਹ ਬੇਸਿਕਲੀ ਟਾਈਪਸ ਵੀ ਕਹਿ ਸਕਦੇ ਹੋ ਤੁਸੀਂ ਕਿ ਕਿਹੜੀਆਂ ਕਿਹੜੀਆਂ ਕਾਸਟ ਸ਼ੀਟਸ ਬਣਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਹੌਸਪੀਟਲ ਕਾਸਟਿੰਗ। ਹੌਸਪੀਟਲ ਕਾਸਟਿੰਗ 'ਚ ਕਿੱਦਾਂ ਕੀਤਾ ਜਾਂਦਾ, ਇਹ 'ਚ ਮੈਡੀਕਲ ਸਰਵਿਸਿਜ਼, ਨੇਚਰ ਆਫ ਆਲ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ। ਮੇਨ ਡਿਪਾਰਟਮੈਂਟ ਜਿਹੜੇ ਹੌਸਪੀਟਲਸ ਹੁੰਦੇ ਨੇ, OPD, ਆਊਟ ਪੇਸ਼ੈਂਟ ਡਿਪਾਰਟਮੈਂਟ, ਵਾਰਡਸ ਹੁੰਦੇ ਨੇ, ਐਕਸਰੇ, ਐਂਬੂਲੈਂਸ, ਕਲੀਨਿੰਗ, ਡਿਸਪੈਂਸਰੀ, ਜਨਰਲ ਸਰਵਿਸਿਜ਼। ਹੁਣ ਇਹਦੇ 'ਚ ਪਾਵਰ, ਠੀਕ ਹੈ ਨਾ, ਕਲੀਅਰ ਹੋ ਗਿਆ ਨਾ। ਇਹਦੇ 'ਚ ਆਹ ਸਾਰੀਆਂ ਚੀਜ਼ਾਂ ਦੀ ਕਾਸਟ ਆ ਜਿਹੜੀ ਉਹ ਇਵੈਲੂਏਟ ਕੀਤੀ ਜਾਂਦੀ ਹੈ। ਕਾਸਟ ਸ਼ੀਟ ਦੇ ਵਿੱਚ ਆਹ ਚੀਜ਼ਾਂ ਪੈਂਦੀਆਂ। ਉਸ ਤੋਂ ਬਾਅਦ ਨੈਕਸਟ ਹੈਗਾ ਜੀ ਪਾਵਰ ਹਾਊਸ ਕਾਸਟਿੰਗ। ਪਾਵਰ ਹਾਊਸ ਕਾਸਟਿੰਗ ਇਜ਼ ਇੰਗੇਜਡ ਇਨ ਇਲੈਕਟ੍ਰੀਸਿਟੀ ਜਨਰੇਸ਼ਨ। ਪਾਵਰ ਹਾਊਸ ਕਾਸਟਿੰਗ ਮਤਲਬ ਉਹ ਆਰਗੇਨਾਈਜੇਸ਼ਨ ਜਿਹੜੀ ਇਲੈਕਟ੍ਰੀਸਿਟੀ ਜਨਰੇਸ਼ਨ ਦੇ ਵਿੱਚ ਹੈਗੀ ਆ। ਇਹਦੀ ਕਾਸਟ ਸ਼ੀਟ ਕਿਵੇਂ ਬਣਦੀ ਹੈ ਰਾਜੇ? ਇਹਦੇ ਵਿੱਚ ਪਹਿਲਾਂ ਤਾਂ ਦੇਖੋ ਨਾ, ਆਪਰੇਟਿੰਗ ਕਾਸਟ ਸ਼ੀਟ ਕੈਨ ਬੀ ਪ੍ਰੀਪੇਅਰਡ ਬਾਈ ਆਈਡੈਂਟੀਫਾਈ ਦਾ ਕਾਸਟ ਐਸੋਸੀਏਟਡ ਵਿਦ ਦਾ ਪਾਵਰ ਜਨਰੇਸ਼ਨ। ਆਹ ਦੇਖੋ ਇਹਦੇ 'ਚ ਪਹਿਲੀ ਗੱਲ ਤਾਂ ਇਹ ਹੁੰਦਾ ਵਾ ਕਿ ਆਪਾਂ ਪਾਵਰ ਹਾਊਸ ਕਾਸਟ ਸ਼ੀਟ ਇਜ਼ ਪ੍ਰੀਪੇਅਰਡ ਇਨਟੂ 2 ਪਾਰਟ, ਇੱਕ ਸਟੀਮ ਪ੍ਰੋਡਕਸ਼ਨ ਕਾਸਟ, ਇੱਕ ਇਲੈਕਟ੍ਰੀਸਿਟੀ ਜਨਰੇਸ਼ਨ ਕਾਸਟ। ਕਿ ਕਿੰਨੀ ਉਹਨਾਂ ਨੇ ਸਟੀਮ ਪ੍ਰੋਡਕਟ ਪ੍ਰੋਡਿਊਸ ਕੀਤੀ, ਫਿਰ ਉਹਦੇ ਨਾਲ ਕਿੰਨੀ ਇਲੈਕਟ੍ਰੀਸਿਟੀ ਜਨਰੇਟ ਹੋਈ। ਕਿਉਂਕਿ ਇਹਦੇ 'ਚ ਕੀ ਆ ਕਿ ਜਿਹੜੀ ਇਲੈਕਟ੍ਰੀਸਿਟੀ ਬਣ ਰਹੀ ਆ ਉਹ ਸਟੀਮ ਦੀ ਮਦਦ ਨਾਲ ਬਣ ਰਹੀ ਹੈ, ਭਾਫ ਦੀ ਮਦਦ ਨਾਲ ਬਣ ਰਹੀ ਹੈ। ਤਾਂ ਕਾਸਟ ਪਰ ਯੂਨਿਟ ਆ ਜਿਹੜੀ ਉਹ 'ਚ ਫॉर ਸਟੀਮ ਪ੍ਰੋਡਕਸ਼ਨ ਪਰ ਪਾਊਂਡ, ਕਿਉਂਕਿ ਜਿਹੜੀ ਸਟੀਮ ਹੁੰਦੀ ਆ ਨਾ ਉਹਨੂੰ ਪਰ ਪਾਊਂਡ ਦੇ ਵਿੱਚ ਵੈਲਿਊਏਟ ਕੀਤਾ ਜਾਂਦਾ। ਅਤੇ ਜਿਹੜੀ ਇਲੈਕਟ੍ਰੀਸਿਟੀ ਆ ਪਰ ਕਿਲੋਵਾਟ ਕੀਤੀ ਜਾਂਦੀ। ਮੈਂ ਦੁਬਾਰਾ ਰਿਪੀਟ ਕਰਦਾ, ਜਿਹੜੀ ਸਾਡੀ ਪਾਵਰ ਹਾਊਸ ਕਾਸਟਿੰਗ ਆ ਨਾ, ਜਿਹੜੀਆਂ ਮਤਲਬ ਉਹ ਆਰਗੇਨਾਈਜੇਸ਼ਨਾਂ ਜਿਹੜੀਆਂ ਇਲੈਕਟ੍ਰੀਸਿਟੀ ਬਣਾ ਰਹੀਆਂ ਨੇ ਭਾਫ ਤੋਂ, ਠੀਕ ਹੈ ਨਾ, ਭਾਫ ਮਤਲਬ ਸਟੀਮ ਤੋਂ, ਤਾਂ ਉਹ ਆਪਣੀ ਕਾਸਟ ਸ਼ੀਟ 2 ਪਾਰਟਸ 'ਚ ਬਣਾਉਣਗੇ। ਸਟੀਮ ਪ੍ਰੋਡਕਸ਼ਨ ਦੀ ਅਲੱਗ ਕਾਸਟ ਸ਼ੀਟ ਅਤੇ ਇਲੈਕਟ੍ਰੀਸਿਟੀ ਜਨਰੇਸ਼ਨ ਦੀ ਅਲੱਗ ਕਾਸਟ ਸ਼ੀਟ। ਸਮਝ ਆ ਗਈ ਬੇਟਾ? ਠੀਕ ਹੈ। ਉਹ ਪਰ ਪਾਊਂਡ ਹੋਊਗੀ ਸਟੀਮ ਜਨਰੇਸ਼ਨ ਦੀ, ਇਲੈਕਟ੍ਰੀਸਿਟੀ ਜਨਰੇਸ਼ਨ ਦੀ ਪਰ ਕਿਲੋਵਾਟ। ਫਿਰ ਸਿਨੇਮਾ ਹਾਊਸ ਕਾਸਟਿੰਗ 'ਚ ਕੀ ਹੋਊਗਾ, ਆਪਾਂ ਸ਼ੋਅ ਪਰ ਪਰਸਨ ਜਿਹੜੀ ਸਾਨੂੰ ਕਾਸਟ ਪੈ ਰਹੀ ਹੈ, ਸ਼ੋਅ ਦੀ ਪਰ ਪਰਸਨ ਜਿਹੜੀ ਸਾਨੂੰ ਕਾਸਟ, ਕਹਿੰਦਾ ਵਿਚ ਪ੍ਰੋਵਾਈਡ ਦਾ ਐਂਟਰਟੇਨਰ, these units which provide the entertainment service to the public by showing the pictures on the big screen is called as cinema house costing। ਇਹਦੇ 'ਚ ਜਿਹੜੀ ਆਪਾਂ ਕਾਸਟ ਪਤਾ ਕਰਨੀ ਆ ਪਰ ਸ਼ੋ ਪਰ ਪਰਸਨ, ਪਰ ਸ਼ੋ ਇੱਕ ਸ਼ੋ, ਪਰ ਸ਼ੋ ਪਰ ਪਰਸਨ। the various expenses of cinema hall can be like hire of print, ਜਿਹੜਾ ਆਪਾਂ ਉਹ ਫਿਲਮ ਖਰੀਦਦੇ ਨੇ ਸੈਂਸਰ ਬੋਰਡ ਤੋਂ, ਐਂਟਰਟੇਨਮੈਂਟ ਟੈਕਸਿਸ ਵਗੈਰਾ ਪੇ ਕਰਦੇ ਨੇ, ਇਲੈਕਟ੍ਰੀਸਿਟੀ, ਜਨਰੇਟਰ, ਫਰਨੀਚਰ, ਸਟਾਫ ਐਕਸਪੈਂਸਿਸ, ਡੈਪਰੀਸੀਏਸ਼ਨ, ਇਹ ਸਾਰੇ ਖਰਚੇ ਨੇ ਜਿਹੜੇ ਉਹ ਕਾਸਟ ਸ਼ੀਟ 'ਚ ਪਾਉਣਗੇ। ਇਨ ਸ਼ਾਰਟ ਅਗਰ ਮੈਂ ਕਹਾਂ ਤਾਂ ਇਹਨਾਂ ਨੇ ਜਦੋਂ ਸਟੈਪਸ ਕਵਰ ਕੀਤੇ ਨਾ, ਇਹਨੂੰ ਤੁਸੀਂ ਸਟੈਪਸ ਵੀ ਕਹਿ ਸਕਦੇ ਹੋ, ਇਹਨਾਂ ਨੂੰ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸਟੈਪਸ ਹੀ ਨੇ ਜਾਂ ਪ੍ਰੋਸੈਸ ਕਹਿ ਸਕਦੇ ਹੋ। ਕਿ ਸਭ ਤੋਂ ਪਹਿਲਾਂ ਤਾਂ ਸਾਡਾ ਹੁੰਦਾ ਕਿ ਸਿਲੈਕਸ਼ਨ ਆਫ ਦਾ ਕਾਸਟ ਯੂਨਿਟ, ਕਿ ਅਸੀਂ ਕਿਹੜੇ ਕਾਸਟ ਯੂਨਿਟ 'ਚ ਕੱਢਣੀ ਆ, ਪਰ ਕਿਲੋਵਾਟ ਕੱਢਣੀ ਆ, ਪਰ ਆਰ ਕੱਢਣੀ ਆ,
ਪਰ ਪਰਸਨ ਕੱਢਣੀ ਆ, ਪਰ ਮੀਲ ਕੱਢਣੀ ਆ। ਦੂਜਾ ਸਟੈਪ ਹੁੰਦਾ ਕੰਪਿਊਟੇਸ਼ਨ ਆਫ ਕਾਸਟ, ਫਿਰ ਆਪਾਂ ਟੋਟਲ ਕਾਸਟ ਕੱਢ ਲੈਣੀ, ਜਿਹ 'ਚ ਫਿਕਸਡ ਵੀ, ਵੇਰੀਏਬਲ ਵੀ ਹੁੰਦੀ ਆ, ਆਪਰੇਟਿੰਗ ਵੀ ਹੁੰਦੀ। ਫਿਰ ਉਸ ਤੋਂ ਬਾਅਦ ਹੁੰਦਾ ਐਸਰਟੇਨਮੈਂਟ ਆਫ ਕਾਸਟ। ਫਿਰ ਹੁਣ ਐਸਰਟੇਨ ਦੇ ਵਿੱਚ ਮੈਂ ਡਿਫਰੈਂਟ ਤੁਹਾਨੂੰ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਕਿੱਦਾਂ ਐਸਰਟੇਨ ਕੀਤੀ ਜਾਂਦੀ, ਪਤਾ ਕੀਤੀ ਜਾਂਦੀ, ਕਾਸਟ ਸ਼ੀਟ ਬਣਾਈ ਜਾਂਦੀ, ਉਹ ਮੈਂ ਤੁਹਾਨੂੰ ਦੱਸਦਾ। ਸੋ ਇਹ ਸੀਗਾ ਸਰਵਿਸ ਕਾਸਟਿੰਗ।